श्री अकाल दोस्तों, मैं पूजा संधू एक बार फिर तो ਤੁਹਾਡਾ बहुत-बहुत स्वागत करदी हां प्रोग्राम दिमाग दी बत्ती जगाओ दे विच। ते हर वार दी तरह अज फिर कुछ नवे फैक्ट ते कुछ नवीं जानकारियां मैं लैके आ गई हां ते मैनूं पता तुसीं बहुत बेसब्री दे नाल इंतजार करदे हो कि जल्दी-जल्दी ये शो आवे ते जल्दी-जल्दी सानूं कुछ होर नवां सुनण नूं ते देखण नूं मिले। सो बिना किसी देरी तो आपां फिर अज दे फैक्ट ते अज दीयां जानकारियां शुरू करदे हां। सो गल करदे हां साडे अज दे पहले फैक्ट दे बारे। ਕੀ ਤੁਹਾਨੂੰ ਪਤਾ ਹੈ ਕਿ ਯੂਐਸ ਆਰਮੀ ਪਿਛਲੇ ਕੁਝ ਸਮੇਂ ਤੋਂ ਦੁਰਲਭ ਜਗ੍ਹਾਵਾਂ ਤੇ ਭਾਰੀ ਸਮਾਨ ਨੂੰ ਕੈਰੀ ਕਰਨ ਵਾਸਤੇ ਰੋਬੋਟਿਕ ਐਨੀਮਲ ਦੀ ਵਰਤੋਂ ਕਰਦੀ ਹੈ। ਦਰਅਸਲ ਇਹਨਾਂ ਰੋਬੋਟਿਕ ਐਨੀਮਲ ਦਾ ਨਾਮ ਅਲਫਾ ਡੌਗ ਹੈ, ਜਿਨ੍ਹਾਂ ਨੂੰ ਉੱਬੜ-ਖਾਬੜ ਰਸਤਿਆਂ ਜਾਂ ਸਪੈਸ਼ਲੀ ਉਹਨਾਂ ਰਸਤਿਆਂ ਦੇ ਉੱਤੇ ਚੱਲਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਉੱਪਰ ਕੋਈ ਵੀ ਵਹੀਕਲ ਜਾਣਾ ਮੁਸ਼ਕਿਲ ਹੁੰਦਾ ਹੈ। दरअसल इन्हां रोबोटिक एनीमल्स दे विच जीपीएस ते रोटेटिंग कैमरा फिट किया जाता है। सो इस तरह ये तुहानूं फॉलो करते हैं जिवें कि ये जिउंदे जागदे एनीमल होण। इन्ना ही नहीं कि तुसी इन्हां एनीमल्स नूं अपने आप जीपीएस ते कैमरा दी मदद दे नाल सैटिंग करके मिथी होई लोकेशन ते पहुंचण दा आर्डर भी दे सकदे हो। इन्हां एनीमल्स दी कैपेसिटी दी गल कीती जावे तां इह एक एनीमल एक समय दे विच 800 ग्राम वजन एक चार्ज दी मदद दे नाल 200 किलोमीटर तक कैरी कर सकदा है। सो गल करते हैं जी अगले फैक्ट दे बारे। ਤੁਸੀਂ ਦੇਖਿਆ ਹੋਵੇਗਾ ਕਿ ਸਾਰੇ ਆਇਲ ਦੀਆਂ ਤੇ ਪਾਣੀ ਦੇ ਟੈਂਕਰ ਗੋਲ ਕਿਉਂ ਹੁੰਦੇ ਹਨ? ਕਦੇ ਵੀ ਇਹ ਕਿਊਬਿਕਲ ਜਾਂ ਬਾਕਸ ਟਾਈਪ ਦੇ ਕਿਉਂ ਨਹੀਂ ਹੁੰਦੇ? ਜਦ ਕਿ ਕਿਊਬਿਕਲ ਸਟਰਕਚਰ ਬਣਾਉਣ ਦੇ ਨਾਲ ਟੈਂਕ ਦੀ ਕੈਪੈਸਿਟੀ ਵੱਧ ਜਾਂਦੀ ਹੈ, ਪਰ ਫਿਰ ਵੀ ਇਹਨਾਂ ਟੈਂਕਸ ਨੂੰ ਸਿਲੰਡਰੀਕਲ ਹੀ ਬਣਾਇਆ ਜਾਂਦਾ ਹੈ। ਜਾਣਦੇ ਹੋ ਕਿਉਂ? ਇਸ ਦਾ ਕਾਰਨ ਹੈ ਕਿ ਦਰਅਸਲ ਜਦੋਂ ਵੀ ਕਿਸੇ ਲਿਕੁਇਡ ਨੂੰ ਕੈਰੀ ਕਰਨ ਦੀ ਗੱਲ ਆਉਂਦੀ ਹੈ ਤੇ ਪ੍ਰੈਸ਼ਰ ਦੀ ਵਜ੍ਹਾ ਦੇ ਨਾਲ ਇਹ ਲਿਕੁਇਡ ਖੁਦ ਨੂੰ ਕੈਰੀ ਕਰਨ ਵਾਲੀ ਬਾਡੀ ਦੇ ਕਾਰਨਰ ਵਿੱਚ ਬਹੁਤ ਸਟ੍ਰੈਸ ਪਾਉਂਦਾ ਹੈ, ਜਿਹਦੇ ਚੱਲਦੇ ਇਹਨਾਂ ਟੈਂਕਰਸ ਦੇ ਕਾਰਨਰ ਦੇ ਉੱਤੇ ਕ੍ਰੈਕ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉੱਥੇ ਹੀ ਇਹਨਾਂ ਗੋਲ ਟੈਂਕੀਆਂ ਦੇ ਵਿੱਚ ਕੋਨੇ ਹੁੰਦੇ ਹੀ ਨਹੀਂ, ਇਸੇ ਲਈ ਟੈਂਕ ਨੂੰ ਕਿਸੇ ਵੀ ਪ੍ਰੈਸ਼ਰਾਈਜ਼ਡ ਲਿਕੁਇਡ ਜਾਂ ਗੈਸ ਨੂੰ ਕੈਰੀ ਕਰਨਾ ਆਸਾਨ ਹੁੰਦਾ ਹੈ ਤੇ ਇਹ ਇਸ ਨੂੰ ਸੁਰੱਖਿਅਤ ਬਣਾਉਂਦੇ ਹਨ। ਸੋ ਇਸੇ ਕਾਰਨ ਸਾਡੇ ਕਿਚਨ ਦੇ ਵਿੱਚ ਯੂਜ਼ ਹੋਣ ਵਾਲੇ ਐਲਪੀਜੀ ਗੈਸ ਸਿਲੰਡਰ ਵੀ ਸਿਲੰਡਰੀਕਲ ਹੁੰਦੇ ਹਨ। ਇਹਦੇ ਨਾਲ ਹੀ ਇੱਕ ਗੋਲ ਟੈਂਕਰ ਪੂਰੇ ਟਰੱਕ ਨੂੰ ਲੋ ਸੈਂਟਰ ਆਫ ਗ੍ਰੈਵਿਟੀ ਆਫਰ ਕਰਦਾ ਹੈ, ਜੋ ਇਸ ਦੀ ਸਟੇਬਿਲਿਟੀ ਨੂੰ ਹੋਰ ਵਧਾ ਦਿੰਦਾ ਹੈ। ਸੋ ਇਹਨਾਂ ਸਭ ਤੋਂ ਇਲਾਵਾ ਗੋਲ ਟੈਂਕਰ ਨੂੰ ਖਾਲੀ ਕਰਨਾ ਵੀ ਆਸਾਨ ਹੁੰਦਾ ਹੈ। ਸੋ ਇਹੀ ਕਾਰਨ ਹੈ ਕਿ ਲਿਕੁਇਡ ਤੇ ਗੈਸ ਦੇ ਟੈਂਕਰ ਗੋਲ ਹੁੰਦੇ ਹਨ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਇੱਕ ਸਮੁੰਦਰੀ ਜਹਾਜ਼ ਨੂੰ ਚਲਾਉਣ ਦੇ ਲਈ ਉਸ ਦਾ ਇੰਜਨ ਤੇ ਪ੍ਰੋਪਲਰ ਮਿਲ ਕੇ ਕੰਮ ਕਰਦੇ ਹਨ, ਪਰ ਕਈ ਵਾਰ ਇਦਾਂ ਦਾ ਟਾਈਮ ਆਉਂਦਾ ਹੈ ਕਿ ਜਦੋਂ ਇਹਨਾਂ ਜਹਾਜ਼ਾਂ ਨੂੰ ਪਾਣੀ ਦੇ ਵਿੱਚ ਰੁਕ ਕੇ ਵੇਟ ਕਰਨੀ ਪੈਂਦੀ ਹੈ। ਤੇ ਤੁਸੀਂ ਜਾਣਦੇ ਹੋ ਕਿ ਪਾਣੀ ਦੇ ਵਿੱਚ ਚੱਲਣ ਵਾਲੇ ਇੰਨੇ ਵੱਡੇ ਸ਼ਿਪਸ ਨੂੰ ਰੋਕਣ ਦੇ ਲਈ ਕੀ ਕੀਤਾ ਜਾਂਦਾ ਹੈ? ਇਹ ਮੁਮਕਿਨ ਹੋ ਪਾਉਂਦਾ ਹੈ ਐਂਕਰ ਦੀ ਮਦਦ ਦੇ ਨਾਲ। ट्रेडिशनल एंकर पहला होर तरह दिखाई देंदे सी, पर टैक्नीक दे नाल बदलते हुए इन्हां एंकर्स दी शेप भी चेंज होण लग पई। पर इन्हां सारे एंकर्स दा काम एक ही है, क्योंकि जदों भी किसी शिप नूं पानी दे विच रोकना हुंदा है ना ते सब तो पहला उस दे इंजन नूं बंद कर दित्ता जांदा है ते एंकर पानी च सुੱਟ दित्ता जांदा है। ते ਇਹ एंकर बहुत भारी हुंदा है। सो ਇਹਦੇ ਕੰਮ ਕਰਨ ਦੇ ਲਈ शिप उत्ते एक एंकर वायरलेस मशीन हुंदी है, जो कि मोटी-मोटी लोहे दी चेन दी मदद दे नाल एंकर ਨੂੰ ਪਾਣੀ ਦੇ ਵਿੱਚ ਹੌਲੀ-ਹੌਲੀ ਸੁੱਟਦੀ ਹੈ ਤੇ ਖਿੱਚਦੀ ਹੈ। ਪਾਣੀ ਵਿੱਚ ਪਾਉਣ ਤੋਂ ਬਾਅਦ ਕਰੰਟ ਦੀ ਡਾਇਰੈਕਸ਼ਨ ਵਿੱਚ ਖਿੱਚਣ ਨਾਲ ਇਹ ਐਂਕਰ ਸੀ ਬੈਲਟ ਦੇ ਵਿੱਚ ਫਸਦਾ ਜਾਂਦਾ ਹੈ ਤੇ ਮਜ਼ਬੂਤ ਚੇਨ ਦੇ ਹੋਣ ਕਰਕੇ ਸ਼ਿਪ ਨੂੰ ਪਾਣੀ ਵਿੱਚ ਹੀ ਰੋਕ ਕੇ ਰੱਖਦਾ ਹੈ। ਤੇ ਜਦੋਂ ਦੁਬਾਰਾ ਜਹਾਜ਼ ਨੂੰ ਚਲਾਉਣਾ ਹੁੰਦਾ ਹੈ ਤੇ ਇਸ ਐਂਕਰ ਨੂੰ ਦੁਬਾਰਾ ਹੌਲੀ-ਹੌਲੀ ਖਿੱਚ ਲਿਆ ਜਾਂਦਾ ਹੈ। ਸੋ ਹੁਣ ਤੁਹਾਨੂੰ ਪਤਾ ਲੱਗਿਆ ਕਿ ਸਮੁੰਦਰੀ ਜਹਾਜ਼ ਨੂੰ ਪਾਣੀ ਦੇ ਵਿੱਚ ਕਿਵੇਂ ਰੋਕਿਆ ਜਾਂਦਾ ਹੈ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਕੁਝ ਦਿਨ ਪਹਿਲਾਂ ਹੀ ਜਦੋਂ MS ਧੋਨੀ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਤਾਂ ਬਹੁਤ ਸਾਰੇ ਫੈਨਸ ਇਮੋਸ਼ਨਲ ਹੋ ਗਏ ਸੀ, ਕਿਉਂਕਿ ਉਹਨਾਂ ਦਾ ਕ੍ਰਿਕਟ ਦਾ ਸਫ਼ਰ ਬਹੁਤ ਵਧੀਆ ਰਿਹਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਫੈਨ ਵੀ ਬਣਾਏ ਸੀ। ਤਾਂ ਚਲੋ ਅੱਜ ਗੱਲ ਕਰਦੇ ਹਾਂ MS ਧੋਨੀ ਦੇ ਨਾਲ ਮਿਲਦੇ ਹੋਏ ਇੱਕ ਫੈਕਟ ਦੀ। ਕੀ ਤੁਸੀਂ ਜਾਣਦੇ ਹੋ ਕਿ ਇੱਕ ਹਿਊਮਨ ਆਈ ਨੂੰ ਬਲਿੰਕ ਕਰਨ ਦੇ ਵਿੱਚ 400 ਮਿਲੀਸੈਕਿੰਡ ਦਾ ਟਾਈਮ ਲੱਗਦਾ ਹੈ, ਪਰ MS ਧੋਨੀ ਨੇ 80 ਮਿਲੀਸੈਕਿੰਡ ਦੇ ਵਿੱਚ ਹੀ ਬੈਟਸਮੈਨ ਨੂੰ ਸਟੰਪ ਆਊਟ ਕਰ ਦਿੱਤਾ ਸੀ। ਜੀ ਹਾਂ, ਅਕਤੂਬਰ 2018 ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਇੱਕ ਮੈਚ ਵਿੱਚ ਧੋਨੀ ਨੇ ਕੀਮੋ ਪੌਲ ਨੂੰ 80 ਮਿਲੀਸੈਕਿੰਡ ਦੇ ਵਿੱਚ ਸਟੰਪ ਆਊਟ ਕਰਕੇ ਆਪਣਾ ਹੀ ਪੁਰਾਣਾ 90 ਮਿਲੀਸੈਕਿੰਡ ਦਾ ਸਟੰਪ ਆਊਟ ਦਾ ਰਿਕਾਰਡ ਤੋੜ ਦਿੱਤਾ ਸੀ। ਤੇ ਤੁਸੀਂ ਜਾਣਦੇ ਹੋ ਕਿ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਤੇਜ਼ ਸਟੰਪਿੰਗ ਹੈ। ਹੁਣ ਗੱਲ ਕਰਦੇ ਹਾਂ ਜੀ ਅਸੀਂ ਅਗਲੇ ਫੈਕਟ ਦੇ ਬਾਰੇ। ਜਾਰਜੀਆ ਦੀ ਕਬਾੜ ਚੁਣਨ ਵਾਲੀ ਇੱਕ ਬਜ਼ੁਰਗ ਔਰਤ ਨੇ ਗਲਤੀ ਨਾਲ ਇੱਕ ਪੂਰੇ ਦੇ ਪੂਰੇ ਦੇਸ਼ ਦਾ ਇੰਟਰਨੈਟ ਹੀ ਕੱਟ ਦਿੱਤਾ ਸੀ।
दरअसल होया कि मार्च 2011 ਵਿੱਚ 75 ਸਾਲ ਦੀ ਇੱਕ ਬਜ਼ੁਰਗ ਔਰਤ ਜਾਰਜੀਆ ਦੀ ਰਾਜਧਾਨੀ ਤੋਂ ਥੋੜਾ ਜਿਹਾ ਦੂਰ ਜ਼ਮੀਨ ਤੋਂ ਕਬਾੜ ਚੁਣ ਰਹੀ ਸੀ, ਪਰ ਉਸ ਦਿਨ ਉਸਦੇ ਕੋਲ ਜਿਵੇਂ ਖਜ਼ਾਨਾ ਲੱਗ ਗਿਆ ਸੀ। ਉਸਨੇ ਜ਼ਮੀਨ ਵਿੱਚੋਂ ਕਈ ਕਿਲੋ ਕਾਪਰ ਨੂੰ ਖੋਦ ਕੇ ਕੱਢ ਲਿਆ, ਪਰ ਇਸ ਖੁਦਾਈ ਦੇ ਦੌਰਾਨ ਉਸਦਾ ਫਾਬੜਾ ਗਲਤੀ ਦੇ ਨਾਲ ਇੱਕ ਅੰਡਰਗਰਾਉਂਡ ਆਪਟਿਕ ਫਾਈਬਰ ਕੇਬਲ ਦੇ ਨਾਲ ਲੱਗ ਗਿਆ। ਸੋ ਇਸ ਦੇ ਪੜੋਸੀ ਦੇਸ਼ ਅਰਮੀਨੀਆ ਦੇ 90% ਲੋਕਾਂ ਦਾ ਇੰਟਰਨੈਟ ਕਨੈਕਸ਼ਨ ਕੱਟ ਗਿਆ। ਦਰਅਸਲ ਅਰਮੀਨੀਆ ਨੂੰ ਲਗਭਗ ਸਾਰਾ ਇੰਟਰਨੈਟ ਜਾਰਜੀਆ ਹੀ ਪ੍ਰੋਵਾਈਡ ਕਰਦਾ ਹੈ ਤੇ ਇੰਟਰਨੈਟ ਕਨੈਕਸ਼ਨ ਇਹਨਾਂ ਹਾਈ ਸਪੀਡ ਆਪਟੀਕਲ ਫਾਈਬਰ ਦੇ ਜ਼ਰੀਏ ਹੀ ਦਿੱਤਾ ਜਾਂਦਾ ਹੈ। ਸੋ ਇਸ ਕੇਬਲ ਦੇ ਕੱਟੇ ਜਾਣ ਦੇ ਲਗਭਗ 5 ਘੰਟੇ ਤੱਕ ਅਰਮੀਨੀਆ ਦੇ 90% ਲੋਕਾਂ ਦਾ ਇੰਟਰਨੈਟ ਬੰਦ ਹੋ ਗਿਆ ਸੀ ਤੇ ਨਾਲ ਹੀ ਜਾਰਜੀਆ ਦੇ ਕੁਝ ਇਲਾਕਿਆਂ ਦੀ ਕਨੈਕਟੀਵਿਟੀ ਵੀ ਕੱਟ ਗਈ ਸੀ। ਸੋ ਜਿਸ ਤੋਂ ਬਾਅਦ ਫਾਲਟ ਨੂੰ ਲੱਭ ਕੇ ਉਸ ਨੂੰ ਦੁਬਾਰਾ ਰਿਪੇਅਰ ਕੀਤਾ ਗਿਆ। ਉਸ ਮਹਿਲਾ ਨੂੰ ਮੌਕੇ ਤੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਪਰ ਉਹਨਾਂ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਕੁਝ ਸਵਾਲ ਪੁੱਛ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਹੁਣ ਮੈਂ ਤੁਹਾਨੂੰ ਇਦਾਂ ਦੇ ਜੀਵ ਦੇ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ 1499 ਦੇ ਵਿੱਚ ਪੈਦਾ ਹੋਇਆ ਸੀ ਤੇ 507 ਸਾਲਾਂ ਤੱਕ ਜੀ ਕੇ 2006 ਦੇ ਵਿੱਚ ਉਸ ਦੀ ਮੌਤ ਹੋ ਗਈ ਸੀ। ਜੀ ਹਾਂ, 500 ਸਾਲ ਤੋਂ ਵੀ ਜ਼ਿਆਦਾ ਉਮਰ ਦੇ ਮਿੰਗ ਨਾਮ ਦੇ ਇਸ ਜੀਵ ਨੂੰ ਸਾਇੰਟਿਸਟਾਂ ਨੇ ਆਈਸਲੈਂਡ ਦੇ ਕੋਲ ਲੱਭਿਆ ਸੀ, ਪਰ ਉਦੋਂ ਸ਼ਾਇਦ ਉਹਨਾਂ ਨੂੰ ਇਸ ਜੀਵ ਦੀ ਰਿਕਾਰਡ ਬ੍ਰੇਕਿੰਗ ਉਮਰ ਦਾ ਅੰਦਾਜ਼ਾ ਨਹੀਂ ਹੋਵੇਗਾ। ਸ਼ੁਰੂਆਤ ਵਿੱਚ ਇਸ ਜੀਵ ਦੀ ਉਮਰ ਨੂੰ 405 ਸਾਲ ਮੰਨਿਆ ਗਿਆ ਸੀ, ਪਰ ਫਿਰ ਮੌਜੂਦ ਐਡਵਾਂਸ ਮੈਥਡ ਦੇ ਨਾਲ ਪਤਾ ਲੱਗਿਆ ਕਿ ਇਹ 507 ਸਾਲ ਦਾ ਸੀ, ਜਦੋਂ ਕਿ 2006 ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਇਸ ਜੀਵ ਦਾ ਨਾਮ 15ਵੀਂ ਸਦੀ ਦੇ ਵਿੱਚ ਇਸ ਦੇ ਜਨਮ ਦੇ ਸਮੇਂ ਦੁਨੀਆ ਦੇ ਇੱਕ ਵੱਡੀ ਸਲਤਨਤ ਚੀਨ ਦੀ ਮੰਗ ਇੰਪਾਇਰ ਦੇ ਨਾਮ ਤੇ ਰੱਖਿਆ ਗਿਆ ਸੀ। ਸੋ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪਹਿਲਾਂ ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਉਮਰ ਦਾ ਜੀਣ ਵਾਲਾ ਜੀਵ ਅਦਵੈਤਾ ਨਾਂ ਦਾ ਇੱਕ ਜੁਆਇੰਟ ਕਛੂਕੰਮਾ ਸੀ, ਜੋ 2006 ਦੇ ਵਿੱਚ 255 ਸਾਲ ਦੀ ਉਮਰ ਦੇ ਵਿੱਚ ਹੀ ਮਰ ਗਿਆ ਸੀ। ਸੋ ਇਹ ਤਾਂ ਸੀ ਜੀ ਸਾਡੇ ਅੱਜ ਦੇ ਕੁਝ ਇੰਟਰਸਟਿੰਗ ਫੈਕਟ ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਨੈਕਸਟ ਪੜਾਅ ਦੀ, ਮਤਲਬ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜਿਹੜੀ ਕਿ ਤੁਹਾਨੂੰ ਮੈਂ ਹਰ ਪ੍ਰੋਗਰਾਮ ਦੇ ਵਿੱਚ ਦੱਸਦੀ ਹਾਂ। ਸੋ ਅੱਜ ਦੀ ਜਾਣਕਾਰੀ ਦੇ ਵੱਲ ਵਧਦੇ ਹਾਂ। ਸੋ ਗੱਲ ਕਰਦੇ ਹਾਂ ਇਲੂਮੀਨਾਤੀ ਦੀ, ਜੋ ਅੱਜ ਕੱਲ ਪਬਲਿਕ ਦੇ ਵਿੱਚ ਇਲੂਮੀਨਾਤੀ ਚੱਲ ਰਿਹਾ ਹੈ, ਜਾਂ ਫਿਰ ਤੁਸੀਂ ਕਿਸੇ ਇਨਸਾਨ ਨੂੰ ਦੇਖਦੇ ਹੋ ਕਿ ਇਹ ਬੰਦਾ ਇਲੂਮੀਨਾਤੀ ਹੈ। ਇਹ ਸਭ ਅੱਜ ਦੇ ਸਮੇਂ ਵਿੱਚ ਫੇਕ ਤੇ ਅਸਲ ਵਿੱਚ ਅੱਜ ਕੱਲ ਇਹ ਇੱਕ ਤਰ੍ਹਾਂ ਦੀ ਭੇਡ ਚਾਲ ਬਣ ਗਈ ਹੈ, ਜਾਂ ਫਿਰ ਇਸ ਤਰ੍ਹਾਂ ਦਾ ਫੈਸ਼ਨ ਚੱਲ ਪਿਆ ਹੈ ਕਿ ਜਿਵੇਂ ਕਿਸੇ ਬੰਦੇ ਨੇ ਇੱਕ ਟ੍ਰਾਇੰਗਲ ਬਣਾ ਲਿਆ ਤੇ ਦੂਸਰੇ ਬੰਦੇ ਨੂੰ ਲੱਗਦਾ ਹੈ ਕਿ ਇਹ ਬੰਦਾ ਇਲੂਮੀਨਾਤੀ ਹੋਵੇਗਾ, ਪਰ ਅਸਲ ਵਿੱਚ ਉਹ ਬੰਦੇ ਨੂੰ ਨਹੀਂ ਪਤਾ ਕਿ ਇਲੂਮੀਨਾਤੀ ਜੁਆਇਨ ਕਿੱਦਾਂ ਕੀਤਾ ਜਾਵੇ। ਕੁੱਲ ਮਿਲਾ ਕੇ ਜੋ ਆਮ ਪਬਲਿਕ ਵਿੱਚ ਅੱਜ ਦੇ ਸਮੇਂ ਵਿੱਚ ਇਲੂਮੀਨਾਤੀ ਦਾ ਮਾਹੌਲ ਬਣਿਆ ਹੋਇਆ ਹੈ, ਇਹ ਇੱਕ ਤਰ੍ਹਾਂ ਦਾ ਅੰਧ ਵਿਸ਼ਵਾਸ ਬਣਿਆ ਹੋਇਆ। ਸੋ ਜਿਸ ਤਰ੍ਹਾਂ 100 ਵਿੱਚੋਂ 20% ਉਹ ਬੰਦੇ ਨੇ ਜਿਨ੍ਹਾਂ ਦਾ ਬਲੈਕ ਕੱਪੜੇ ਪਾਉਣ ਨਾਲ ਜਾਂ ਫਿਰ ਇਲੂਮੀਨਾਤੀ ਨੂੰ ਫੋਲੋ ਕਰਨ ਦੇ ਨਾਲ ਕੋਈ ਵੀ ਕੰਮ ਸੂਤ ਆ ਗਿਆ ਨਾ, ਸੋ ਇਹਦੇ ਵੱਲ ਹੋਰ ਉਹ ਆਕਰਸ਼ਿਤ ਹੁੰਦੇ ਜਾਂਦੇ ਨੇ। ਸੋ ਇਹ ਤਾਂ ਰਹੀ ਆਮ ਪਬਲਿਕ ਦੀ ਗੱਲ ਜੋ ਫੇਕ ਇਲੂਮੀਨਾਤੀ ਬਣਨ ਦਾ ਦਾਅਵਾ ਕਰਦੀ ਹੈ ਜਾਂ ਫਿਰ ਇਲੂਮੀਨਾਤੀ ਬਣਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ। ਉਸ ਨੂੰ ਵੀ ਫੇਕ ਤਰੀਕੇ ਨਾਲ ਜੁਆਇਨ ਕਰਵਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਸਿਰਫ ਇੱਕ ਬਿਜ਼ਨਸ ਬਣ ਕੇ ਰਹਿ ਗਿਆ ਤੇ ਹੁਣ ਅਸੀਂ ਅਸਲ ਇਲੂਮੀਨਾਤੀ ਬਾਰੇ ਦੱਸਾਂਗੇ ਕਿ ਇਹ ਕਿਉਂ ਬਣਾਇਆ ਗਿਆ ਸੀ, ਕਾਹਦੇ ਲਈ ਬਣਾਇਆ ਗਿਆ ਸੀ। ਤੇ ਇਲੂਮੀਨਾਤੀ ਇੱਕ ਗਰੁੱਪ ਬਣਾਇਆ ਗਿਆ ਸੀ ਤੇ ਇਸ ਗਰੁੱਪ ਦੇ ਵਿੱਚ ਅੰਧ ਵਿਸ਼ਵਾਸ ਨੂੰ ਖਤਮ ਕਰਨ ਦੇ ਲਈ ਸ਼ੁਰੂਆਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਅੰਧ ਵਿਸ਼ਵਾਸ ਬਹੁਤ ਜ਼ਿਆਦਾ ਫੈਲ ਗਿਆ ਸੀ। ਸੋ ਇਸ ਦੇ ਬਹੁਤ ਸਾਰੇ ਮੈਂਬਰ ਸੀ ਤੇ ਬਵੇਰੀਆ ਜਰਮਨੀ ਵਿੱਚ 1 ਜਨਵਰੀ 1776 ਵਿੱਚ ਜਰਮਨ ਦਾ ਇੱਕ ਫਿਲਾਸਫਰ ਸੀ ਐਡਮ, ਤੇ ਉਹਨਾਂ ਨੇ ਇੱਕ ਗੁਪਤ ਸਮਾਜ ਬਣਾਇਆ ਜਿਸ ਦਾ ਨਾਮ ਸੀ ਦ ਆਰਡਰ ਆਫ ਇਲੂਮੀਨਾਤੀ। ਲੋਕਾਂ ਦਾ ਮੰਨਣਾ ਸੀ ਕਿ ਇਹਨਾਂ ਕੋਲ ਇੱਕ ਸਪੈਸ਼ਲ ਨੌਲੇਜ ਹੁੰਦੀ ਸੀ ਜੋ ਕਿ ਆਮ ਆਦਮੀ ਕੋਲ ਨਹੀਂ ਹੁੰਦੀ ਸੀ। ਤੇ ਹੁਣ ਇਲੂਮੀਨਾਤੀ ਤਾਂ ਇਸ ਕਰਕੇ ਬਣਾਈ ਗਈ ਸੀ ਕਿ ਉਸ ਸਮੇਂ ਅੰਧ ਵਿਸ਼ਵਾਸ ਨੂੰ ਖਤਮ ਕਰਨਾ ਸੀ, ਪਰ ਅੱਜ ਦੇ ਸਮੇਂ ਵਿੱਚ ਇਲੂਮੀਨਾਤੀ ਨੂੰ ਲੋਕ ਇਸ ਤਰ੍ਹਾਂ ਮੰਨਦੇ ਨੇ ਕਿ ਉਹ ਆਪਣਾ ਸਰੀਰ ਤੇ ਰੂਹ ਵੇਚ ਕੇ ਅਮੀਰ ਬਣ ਸਕਦੇ ਨੇ। ਪਰ ਇਹ ਜਾਦੂ ਮੰਤਰ ਸ਼ਕਤੀਆਂ ਅਤੇ ਤੁਹਾਨੂੰ ਅਮੀਰ ਬਣਾਉਣ ਵਾਲੀਆਂ ਗੱਲਾਂ ਨਾ ਬੇਬੁਨਿਆਦੀ ਨੇ, ਪਰ ਇਲੂਮੀਨਾਤੀ ਅੱਜ ਵੀ ਹੈ ਤੇ ਇਹ ਕੰਮ ਵੀ ਕਰ ਰਹੀ ਹੈ ਅਤੇ ਦੁਨੀਆ ਤੇ ਰਾਜ ਵੀ ਕਰ ਸਕਦੀ ਹੈ। ਇਹ ਕਿਵੇਂ ਕਰ ਸਕਦੀ ਹੈ ਅੱਗੇ ਦੇਖਦੇ ਹਾਂ। ਸੋ ਇਹਨਾਂ ਲੋਕਾਂ ਤੱਕ ਗੱਲ ਕਿਵੇਂ ਪਹੁੰਚੀ ਤੇ ਕਿਹਨਾਂ ਨੇ ਇਹ ਗੱਲ ਬਣਾ ਕੇ ਪੇਸ਼ ਕੀਤੀ, ਸੋ ਇਹਦੇ ਪਿੱਛੇ ਬਹੁਤ ਵੱਡਾ ਰਾਜ ਹੈ। ਸੋ ਅੱਜ ਆਪਾਂ ਇਸ ਨੂੰ ਚੰਗੀ ਤਰ੍ਹਾਂ ਖੋਲਾਂਗੇ। ਹੁਣ ਇਹ ਜਾਣਨ ਲਈ ਸਾਨੂੰ ਜਾਣਨਾ ਪੈਂਦਾ ਹੈ ਚਾਰਲਸ ਥਿਊਅਰ ਦੇ ਬਾਰੇ, ਜੋ ਕਿ ਉਸ ਸਮੇਂ ਦਾ ਇੱਕ ਸ਼ਾਸਕ ਸੀ ਤੇ ਉਹਨਾਂ ਨੇ 1785 ਵਿੱਚ ਇਹ ਸੁਸਾਇਟੀ ਨੂੰ ਬੰਦ ਕਰਵਾ ਦਿੱਤਾ ਸੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਸੁਸਾਇਟੀ ਦਾ ਨਾਮ ਬਹੁਤ ਵੱਧਦਾ ਜਾ ਰਿਹਾ ਹੈ ਤੇ ਉਹਨਾਂ ਨੂੰ ਡਰ ਪੈ ਗਿਆ ਕਿ ਕਿਤੇ ਇਲੂਮੀਨਾਤੀ ਉਹਨਾਂ ਦਾ ਸ਼ਾਸਨ ਜਿਹੜਾ ਹਟਾ ਨਾ ਦੇਵੇ, ਕਿਉਂਕਿ ਇਹ ਗਰੁੱਪ ਹੌਲੀ-ਹੌਲੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ ਤੇ ਇਸ ਕਰਕੇ ਇਸ ਨੂੰ ਬੰਦ ਕਰਵਾ ਦਿੱਤਾ ਗਿਆ।
पर इस तो बाद ਇਹ ਗਰੁੱਪ ਦਾ ਕੀ ਹੋਇਆ ਇਹ ਕਿਸੇ ਨੂੰ ਵੀ ਨਹੀਂ ਪਤਾ। ਸੋ ਇਸ ਵਕਤ ਇਹ ਗਰੁੱਪ ਵਿੱਚ 2000 ਮੈਂਬਰ ਮੌਜੂਦ ਸੀ। ਇਹ ਲੋਕ ਕਿੱਥੇ ਚਲੇ ਗਏ ਇਹ ਕਿਸੇ ਨੂੰ ਨਹੀਂ ਪਤਾ, ਪਰ ਲੋਕਾਂ ਦਾ ਮੰਨਣਾ ਹੈ ਕਿ ਇਲੂਮੀਨਾਟੀ ਦੇ ਮੈਂਬਰ ਅਤੇ ਉਹਨਾਂ ਦੀ ਅਗਲੀ ਪੀੜ੍ਹੀ ਅੱਜ ਵੀ ਮੌਜੂਦ ਹੈ। ਪਰ ਅਸਲ ਵਿੱਚ ਇਲੂਮੀਨਾਟੀ ਅੱਜ ਵੀ ਹੈ, ਇਸ ਨੂੰ ਅੱਜ ਵੀ ਕੋਈ ਚਲਾ ਰਿਹਾ ਹੈ ਤੇ ਇਲੂਮੀਨਾਟੀ ਉਸ ਸਮੇਂ ਬੰਦ ਕਰਵਾ ਦਿੱਤੀ ਸੀ, ਪਰ ਉਹ ਅੰਧ ਵਿਸ਼ਵਾਸ ਨੂੰ ਖਤਮ ਕਰਦੀ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਇਲੂਮੀਨਾਟੀ ਚੱਲ ਰਹੀ ਹੈ। ਉਸ ਤੋਂ ਬਾਅਦ ਜੋ ਇਲੂਮੀਨਾਟੀ ਹੁਣ ਤੱਕ ਚੱਲ ਰਹੀ ਹੈ ਉਹ ਸਿਰਫ ਤੇ ਸਿਰਫ ਬਿਜ਼ਨਸ ਦੇ ਤਰੀਕੇ ਨਾਲ ਚਲਾਈ ਜਾ ਰਹੀ ਹੈ। ਸੋ ਇਸ ਦੇ ਵਿੱਚ ਬਹੁਤ ਹੀ ਮਾਸਟਰਮਾਈਂਡ ਬੰਦੇ ਜੁੜ ਗਏ ਸੀ ਜੋ ਕਿ ਵਰਲਡ ਆਰਡਰ ਬਣਾਉਣਾ ਚਾਹੁੰਦੇ ਸੀ, ਮਤਲਬ ਕਿ ਦੁਨੀਆ ਤੇ ਰਾਜ ਕਰਨਾ ਚਾਹੁੰਦੇ ਸੀ। ਸੋ ਦੁਨੀਆ ਤੇ ਉਹ ਰਾਜ ਕਰ ਸਕਦੇ ਸੀ। ਇਹ ਕਿਵੇਂ ਕਰ ਸਕਦੇ ਨੇ ਇਹ ਅਸੀਂ ਤੁਹਾਨੂੰ ਸਮਝਾਵਾਂਗੇ। ਮਤਲਬ ਕਿ ਜੋ ਨਵੇਂ ਇਲੂਮੀਨਾਟੀ ਦੇ ਮੈਂਬਰ ਚੁਣੇ ਗਏ ਸੀ ਉਸ ਦੇ ਵਿੱਚ ਉਹ ਬੰਦੇ ਸੀ ਜੋ ਜਾਂ ਤਾਂ ਬਹੁਤ ਸਾਰੀ ਪਾਵਰ ਦੇ ਵਿੱਚ ਹੋਣ ਜਾਂ ਫਿਰ ਉਹ ਬੰਦੇ ਸੀ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਣ, ਜਿਵੇਂ ਕਿ ਸੈਲੀਬ੍ਰਿਟੀ ਜਾਂ ਫਿਰ ਹੋਰ ਅਮੀਰ ਲੋਕ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦਾ ਨਾਮ ਵੀ ਇਲੂਮੀਨਾਟੀ ਦੇ ਨਾਲ ਜੋੜਿਆ ਗਿਆ ਹੈ। ਆਮ ਇਨਸਾਨ ਨੂੰ ਦੇਖੀਏ ਤਾਂ ਉਹ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਦਾ ਹੈ ਤੇ ਜਦੋਂ ਆਮ ਇਨਸਾਨ ਦੀ ਕੋਈ ਵੀ ਤਨਖਾਹ ਆਉਂਦੀ ਹੈ ਨਾ ਤੇ ਉਹ ਬੈਂਕ ਦੇ ਵਿੱਚ ਨੰਬਰ ਜੁੜ ਜਾਂਦੇ ਨੇ ਤੇ ਨੰਬਰ ਵੱਧ ਜਾਂਦੇ ਨੇ ਤੇ ਜਦੋਂ ਅਸੀਂ ਸ਼ਾਪਿੰਗ ਕਰਦੇ ਹਾਂ ਤੇ ਉਹ ਨੰਬਰ ਘਟ ਜਾਂਦੇ ਨੇ। ਪਰ ਇਲੂਮੀਨਾਟੀ ਦੇ ਮੈਂਬਰਾਂ ਕੋਲ ਬਹੁਤ ਸਾਰਾ 골ਡ, ਹੀਰੇ, ਚਾਂਦੀ ਜਾਂ ਫਿਰ ਫਿਜ਼ੀਕਲੀ ਰੂਪ ਦੇ ਵਿੱਚ ਉਹ ਪਦਾਰਥ ਨੇ ਜੋ ਵਰਲਡ ਦੀ ਇਕਨੋਮੀ ਤੇ ਅਸਰ ਕਰ ਸਕਦੇ ਨੇ। ਦੁਨੀਆ ਦੇ ਸਭ ਤੋਂ ਮਹਿੰਗੇ ਪਦਾਰਥਾਂ ਦਾ ਬੈਕਅਪ ਇਹਨਾਂ ਦੇ ਕੋਲ ਪਿਆ ਹੈ ਤੇ ਬੈਂਕ ਵੀ ਇਹਨਾਂ ਦੇ ਅੰਡਰ ਨੇ। ਜੇਕਰ ਬੈਂਕ ਦੇ ਵਿੱਚੋਂ ਤੁਹਾਡੇ ਪੈਸਿਆਂ ਦੇ ਨੰਬਰ ਘਟ ਗਏ ਤਾਂ ਤੁਹਾਡੇ ਕੋਲ ਕੀ ਰਿਹਾ? ਸੋ ਸਭ ਕੁਝ ਇਲੂਮੀਨਾਟੀ ਦੇ ਕੋਲ ਬੈਕਅਪ ਦੇ ਵਿੱਚ ਪਿਆ ਹੈ ਤੇ ਇਸ ਨਾਲ ਬਹੁਤ ਵੱਡੇ ਬੰਦੇ ਵੀ ਜੁੜੇ ਹਨ। ਕੁੱਲ ਮਿਲਾ ਕੇ ਆਪਣਾ ਬਿਜ਼ਨਸ ਵੱਡਾ ਕਰ ਰਹੇ ਨੇ। ਜਿਵੇਂ ਕਿ ਅੱਜ ਤੋਂ ਪੁਰਾਣੇ ਸਮੇਂ ਵਿੱਚ ਦੇਖੀਏ ਉਸ ਸਮੇਂ ਇਹਨਾਂ ਦਾ ਬਿਜ਼ਨਸ ਵੈਪਨ, ਅਸਲਾ, ਬਾਰੂਦ ਇਹਨਾਂ ਚੀਜ਼ਾਂ ਨੂੰ ਵੇਚ ਕੇ ਵੱਡਾ ਹੋ ਰਿਹਾ ਸੀ ਤੇ ਇਹ ਚੀਜ਼ਾਂ ਤਾਂ ਵਿਕਣਗੀਆਂ ਜੇ ਲੜਾਈ ਹੋਵੇਗੀ ਤੇ ਉਸ ਵਕਤ ਇਹ ਲੜਾਈ ਵੀ ਲਗਵਾ ਦਿੰਦੇ ਸੀ। ਸੋ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਬਹੁਤ ਸਾਰੀਆਂ ਵਾਰ ਇਹਨਾਂ ਨੇ ਹੀ ਕਰਵਾਈਆਂ ਸੀ। ਸੋ ਸਮਾਂ ਬਦਲਦਾ ਗਿਆ, ਯੁੱਗ ਬਦਲਦਾ ਗਿਆ ਤੇ ਵਾਰਸ ਘਟਦੀਆਂ ਗਈਆਂ। ਸੋ ਇਹਨਾਂ ਨੇ ਸੋਚਿਆ ਕਿ ਹੁਣ ਪ੍ਰੋਡਕਟ ਕਿਵੇਂ ਵੇਚਿਆ ਜਾਵੇਗਾ। ਫਿਰ ਇਹਨਾਂ ਨੇ ਅਸਲਾ ਬਾਰੂਦ ਸ਼ਾਇਦ ਉਸ ਵਕਤ ਬਣਾਉਣਾ ਬੰਦ ਕਰ ਦਿੱਤਾ ਹੋਵੇਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਫੈਸ਼ਨ ਇੰਡਸਟਰੀ ਬਹੁਤ ਵੱਡੀ ਹੋ ਗਈ ਹੈ। ਸੋ ਇਸ ਕਰਕੇ ਇਹਨਾਂ ਦੇ ਫੈਸ਼ਨ ਦੇ ਪ੍ਰੋਡਕਟ ਬਣਾਉਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਪਤਾ ਹੈ ਕਿ ਸੈਲੀਬ੍ਰਿਟੀ ਦੇ ਨਾਲ ਲੱਖਾਂ ਹੀ ਲੋਕ ਜੁੜੇ ਹੁੰਦੇ ਨੇ ਤੇ ਉਹਨਾਂ ਦੇ ਜ਼ਰੀਏ ਆਪਣਾ ਸਮਾਨ ਵੇਚਦੇ ਨੇ। ਸੋ ਅੱਜ ਦੇ ਸਮੇਂ ਉੱਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਡਿਜੀਟਲੀ ਚੀਜ਼ਾਂ ਦੇ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੀ ਮਾਰਕੀਟ ਹੈ ਇਹਨਾਂ ਦੇ ਬਿਜ਼ਨਸ ਦੇ ਲਈ ਤੇ ਹੁਣ ਗੱਲ ਕਰੀਏ, ਕਈ ਇਨਸਾਨ ਇਲੂਮੀਨਾਟੀ ਨੂੰ ਜੁਆਇਨ ਕਰਨਾ ਚਾਹੁੰਦੇ ਹਨ। ਸੋ ਇਸ ਲਈ ਉਹ ਸਭ ਤੋਂ ਪਹਿਲਾਂ ਜਾ ਕੇ ਗੂਗਲ ਤੇ ਸਰਚ ਕਰਦੇ ਨੇ। ਗੂਗਲ ਤੇ ਇਹਨਾਂ ਨੂੰ ਆਫੀਸ਼ੀਅਲ ਇੱਕ ਵੈਬਸਾਈਟ ਮਿਲਦੀ ਹੈ ਜੋ ਕਿ ਇਲੂਮੀਨਾਟੀ ਦੇ ਨਾਮ ਤੋਂ ਹੈ ਤੇ ਉਸ ਤੇ ਜਾ ਕੇ ਜਦੋਂ ਤੁਸੀਂ ਜੁਆਇਨ ਕਰੋਗੇ, ਜੁਆਇਨ ਕਰਨ ਤੋਂ ਬਾਅਦ ਉਹ ਤੁਹਾਨੂੰ ਅਮੀਰ ਨਹੀਂ ਕਰ ਸਕਦੇ ਪਰ ਉਹ ਖੁਦ ਜ਼ਰੂਰ ਅਮੀਰ ਹੋ ਜਾਣਗੇ। ਤੇ ਅੱਜ ਕੱਲ੍ਹ ਇਲੂਮੀਨਾਟੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਿਰਫ ਵਪਾਰ ਕਰ ਰਿਹਾ ਹੈ ਜਿਸ ਵਿੱਚ ਆਮ ਲੋਕ ਫਸਦੇ ਜਾ ਰਹੇ ਹਨ। ਕਈ ਲੋਕ ਸੋਚਦੇ ਹਨ ਕਿ ਇਸ ਨੂੰ ਅਸੀਂ ਜੁਆਇਨ ਕਰਕੇ ਇੱਕ ਬਹੁਤ ਵੱਡੇ ਸਟਾਰ ਬਣ ਸਕਦੇ ਹਾਂ, ਪਰ ਉਸ ਤੱਕ ਸ਼ਾਇਦ ਹੀ ਕੋਈ ਇਨਸਾਨ ਪਹੁੰਚਦਾ ਹੋਵੇ। ਜੇ ਪਹੁੰਚਦਾ ਹੈ ਤੇ ਉਹ ਦੱਸਦਾ ਨਹੀਂ। ਸੋ ਹੁਣ ਗੱਲ ਕਰਦੇ ਹਾਂ ਵੈਬਸਾਈਟ ਤੇ। ਜਦੋਂ ਤੁਸੀਂ ਉਹਦੇ ਵਿੱਚ ਜੁਆਇਨ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਉਹ ਇਲੂਮੀਨਾਟੀ ਦੇ ਅਲੱਗ-ਅਲੱਗ ਪ੍ਰੋਡਕਟ ਵੇਚਦੀ ਹੈ, ਜਿਵੇਂ ਕਿ ਟੀ-ਸ਼ਰਟਾਂ ਜਾਂ ਫਿਰ ਕੋਈ ਹੋਰ ਚੀਜ਼ ਜਿਸ ਤੇ ਇਲੂਮੀਨਾਟੀ ਦੇ ਸਾਈਨ ਬਣੇ ਹੋਣ। ਇਹ ਚੀਜ਼ਾਂ ਤਾਂ ਸ਼ਾਇਦ ਆਮ ਇਨਸਾਨ ਨਹੀਂ ਲੈਂਦਾ ਜਿਸਨੇ ਇਲੂਮੀਨਾਟੀ ਦੇ ਵਿੱਚ ਜੁਆਇਨ ਹੋ ਕੇ ਅਮੀਰ ਬਣਨਾ ਹੁੰਦਾ ਹੈ, ਪਰ ਉਹ ਲੋਕ ਵੈਬਸਾਈਟ ਦੇ ਉੱਤੇ ਇੱਕ ਕਿਤਾਬ ਵੇਚ ਰਹੇ ਨੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਇਲੂਮੀਨਾਟੀ ਕਿਵੇਂ ਬਣ ਸਕਦੇ ਹੋ। ਹੁਣ ਜਿਹੜਾ ਬੰਦਾ ਇਲੂਮੀਨਾਟੀ ਬਣਨ ਲਈ ਹੀ ਵੈਬਸਾਈਟ ਤੇ ਗਿਆ ਹੈ ਉਹ ਉਸ ਬੁੱਕ ਨੂੰ ਤਾਂ ਜ਼ਰੂਰ ਖਰੀਦੇਗਾ ਤੇ ਉਹ ਬੁੱਕ ਖਰੀਦਣ ਵਾਲੇ ਅਮੀਰ ਤਾਂ ਪਤਾ ਨਹੀਂ ਬਣਨਗੇ ਕਿ ਨਹੀਂ ਬਣਨਗੇ, ਪਰ ਉੱਲੂ ਜ਼ਰੂਰ ਬਣ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਇਦਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ ਕਿ ਇਨਸਾਨ ਪੈਦਾ ਹੋਣ ਤੋਂ ਬਾਅਦ ਹੀ ਇਲੂਮੀਨਾਟੀ ਦੇ ਕਬਜ਼ੇ ਵਿੱਚ ਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਮੰਨਦੇ ਵੀ ਨੇ, ਪਰ ਇਹ ਚੀਜ਼ਾਂ ਕਿਤਾਬ ਨੂੰ ਇੰਟਰਸਟਿੰਗ ਬਣਾਉਣ ਲਈ ਲਿਖੀਆਂ ਗਈਆਂ ਨੇ। ਤੇ ਹੁਣ ਤੁਸੀਂ ਆਪ ਹੀ ਸੋਚੋ ਕਿ ਇਹੋ ਜਿਹੀ ਕਿਤਾਬ ਜੋ ਤੁਹਾਨੂੰ ਅਮੀਰ ਬਣਾ ਦੇਵੇਗੀ ਉਹ ਸਿਰਫ $9 ਦੇ ਵਿੱਚ ਮਿਲ ਰਹੀ ਹੈ। ਸੋ ਗੱਲ ਕਰੀਏ ਇਹਨਾਂ ਦੇ ਲੋਗੋ ਦੀ ਤਾਂ ਬੰਦਾ ਕਿਸੇ ਵੀ ਪੋਜੀਸ਼ਨ ਵਿੱਚ ਖੜਾ ਹੋਵੇ ਉਹ ਇਹਨਾਂ ਦਾ ਲੋਗੋ ਬਣ ਜਾਂਦਾ ਹੈ, ਪਰ ਉਹਨਾਂ ਵਿੱਚੋਂ ਕੁਝ ਕੁ ਲੋਗੋ ਬਹੁਤ ਜ਼ਿਆਦਾ ਫੇਮਸ ਨੇ, ਜਿਵੇਂ ਕਿ ਟ੍ਰਾਇੰਗਲ ਦੇ ਵਿੱਚ ਅੱਖ ਤੇ ਇਹਨਾਂ ਦੇ ਮੁਤਾਬਿਕ ਇਹ ਅੱਖ ਲੂਸੀਫਰ ਮਤਲਬ ਇਹਨਾਂ ਦੇ ਇੱਕ ਸ਼ੈਤਾਨ ਦੀ ਅੱਖ ਹੈ ਜੋ ਸਾਰੀ ਦੁਨੀਆ ਨੂੰ ਦੇਖ ਰਿਹਾ ਹੈ। ਤੇ ਸ਼ੈਤਾਨ ਦਾ ਤਾਂ ਪਤਾ ਨਹੀਂ, ਪਰ ਅਸਲ ਵਿੱਚ ਜੋ ਲੋਕ ਇਲੂਮੀਨਾਟੀ ਨੂੰ ਚਲਾ ਰਹੇ ਨੇ ਉਹ ਸਾਰੀ ਦੁਨੀਆ ਨੂੰ ਦੇਖ ਰਹੇ ਨੇ ਤੇ ਕੰਟਰੋਲ ਕਰ ਰਹੇ ਨੇ ਤੇ ਆਪ ਦੇ ਹਿਸਾਬ ਨਾਲ ਚਲਾ ਰਹੇ ਨੇ। ਸੋ ਅਸੀਂ ਇਹ ਗੱਲਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ 500 ਟ੍ਰਿਲੀਅਨ ਦੇ ਮਾਲਕ ਰੌਥਸਚਾਈਲਡ ਵਰਗੇ ਲੋਕਾਂ ਦਾ ਨਾਮ ਵੀ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ। ਸੋ ਇਲੂਮੀਨਾਟੀ ਦਾ ਅਸਲ ਬੇਸ ਕੋਲੋਰਾਡੋ ਡੈਨਵਰ ਇੰਟਰਨੈਸ਼ਨਲ 에ਅਰਪੋਰਟ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਸ 에ਅਰਪੋਰਟ ਦੀਆਂ ਕਈ ਗੱਲਾਂ ਇਸ ਨੂੰ ਇਲੂਮੀਨਾਟੀ ਦੇ ਨਾਲ ਜੋੜਦੀਆਂ ਨੇ। ਇਸ 에ਅਰਪੋਰਟ ਦੇ ਇੱਕ ਬਹੁਤ ਵੱਡਾ ਘੋੜੇ ਦਾ ਬੁੱਤ ਲੱਗਿਆ ਹੋਇਆ ਹੈ। ਸੋ ਉਹਦੀਆਂ ਅੱਖਾਂ ਲਾਲ ਨੇ, ਉਸ ਦਾ ਨਾਮ ਰੱਖਿਆ ਗਿਆ ਸੀ ਲੂਸੀਫਰ ਜੋ ਕਿ ਇੱਕ ਸ਼ੈਤਾਨ ਦਾ ਨਾਮ ਹੈ।
ਤੇ ਇਸ ਸ਼ੈਤਾਨ ਨੂੰ ਇੱਕ ਕਿੰਗ ਮੰਨਦੇ ਨੇ। ਅਸਲ ਮੁੱਦੇ ਦੀ ਗੱਲ ਇਹ ਹੈ ਕਿ 에ਅਰਪੋਰਟ ਦੇ ਥੱਲੇ ਕਈ ਸੁਰੰਗਾਂ ਬਣਾਈਆਂ ਗਈਆਂ ਨੇ ਤੇ ਜਿਨ੍ਹਾਂ ਦਾ ਅਸਲ ਵਿੱਚ ਕੋਈ ਕੰਮ ਨਹੀਂ ਹੈ। ਸੋ ਇਹ ਕਿਉਂ ਬਣਾਈਆਂ ਗਈਆਂ ਕੋਈ ਵੀ ਨਹੀਂ ਜਾਣਦਾ ਤੇ ਉੱਥੇ ਇੱਕ ਪੱਥਰ ਦੇ ਨਿਊ ਵਰਲਡ 에ਅਰਪੋਰਟ ਵੀ ਲਿਖਿਆ ਹੋਇਆ ਹੈ। ਤੇ ਜਦੋਂ ਇਹ 에ਅਰਪੋਰਟ ਬਣ ਰਿਹਾ ਸੀ ਤਾਂ ਇਸ ਦਾ ਬਹੁਤ ਵੱਡਾ ਬਜਟ ਸੀ, ਪਰ ਉਹ ਬਜਟ ਦੇ ਹਿਸਾਬ ਦੇ ਨਾਲ ਇਸ ਤੇ ਉਨੀ ਕੰਸਟਰਕਸ਼ਨ ਨਹੀਂ ਹੋਈ। ਸੋ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਉਹ ਸਾਰਾ ਪੈਸਾ ਧਰਤੀ ਦੇ ਥੱਲੇ ਲਗਾਇਆ ਗਿਆ ਤੇ ਜਿਸ ਕਾਰਨ ਧਰਤੀ ਦੇ ਥੱਲੇ ਬਹੁਤ ਜ਼ਿਆਦਾ ਜਗ੍ਹਾ ਕਵਰ ਹੋ ਗਈ ਤੇ ਉਸ ਨੂੰ ਉੱਤੋਂ ਵੀ ਕਵਰ ਕਰਨ ਲਈ ਇੱਕ 에ਅਰਪੋਰਟ ਬਣਾ ਦਿੱਤਾ ਗਿਆ, ਕਿਉਂਕਿ ਜਿੰਨੀ ਜਗ੍ਹਾ 에ਅਰਪੋਰਟ ਬਣਾਉਣ ਨਾਲ ਕਵਰ ਹੋਈ ਉਹ ਸ਼ਾਇਦ ਹੀ ਕਿਸੇ ਹੋਰ ਚੀਜ਼ ਦੇ ਨਾਲ ਕਵਰ ਹੋ ਸਕਦੀ। ਸੋ ਇਹਦੇ ਥੱਲੇ ਬਹੁਤ ਸਾਰੀਆਂ ਸੁਰੰਗਾਂ ਨੇ ਤੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ, ਇਹ ਮਤਲਬ ਸਿਰਫ ਤੇ ਸਿਰਫ ਉਹੀ ਜਾਣਦੇ ਨੇ। ਤੇ ਹੁਣ ਅਮਰੀਕਾ 'ਚ ਵਰਲਡ ਟ੍ਰੇਡ ਤੇ ਜੋ ਹਮਲਾ ਹੋਇਆ ਸੀ, ਜਿਨ੍ਹਾਂ ਬਿਲਡਿੰਗਾਂ ਦੇ ਵਿੱਚ ਜਹਾਜ਼ ਟਕਰਾਇਆ ਸੀ, ਉਹਨਾਂ ਬਿਲਡਿੰਗਾਂ ਦੀ ਗੱਲ ਕਰਦੇ ਆ ਤੇ ਦੱਸਿਆ ਜਾਂਦਾ ਹੈ ਕਿ ਇਲੂਮੀਨਾਟੀ ਦੇ ਲੋਕਾਂ ਨੂੰ ਇਹ ਹਮਲੇ ਦਾ ਪਹਿਲਾਂ ਤੋਂ ਪਤਾ ਸੀ। ਜਿਵੇਂ ਕਿ ਡਾਲਰ ਨੂੰ ਇਹ ਸ਼ੇਪ ਦੇ ਵਿੱਚ ਜੇਕਰ ਮੋੜੀਏ ਤਾਂ ਬਿਲਡਿੰਗਾਂ ਦੇ ਵਿੱਚੋਂ ਧੂਆਂ ਨਿਕਲਦਾ ਦਿਖਾਈ ਦਿੰਦਾ ਹੈ ਤੇ ਜੇਕਰ ਗੱਲ ਕਰੀਏ USA ਦੇ ਡਾਲਰ ਦੀ ਤਾਂ ਇਹਦੇ ਵਿੱਚ ਵੀ ਇਲੂਮੀਨਾਟੀ ਦੇ ਸਾਈਨ ਦੇਖੇ ਗਏ ਨੇ। ਸੋ ਅਮਰੀਕਾ ਵਰਗੇ ਦੇਸ਼ ਦਾ ਇਲੂਮੀਨਾਟੀ ਦੇ ਨਾਲ ਕੀ ਲੈਣਾ ਦੇਣਾ ਤੇ ਡਾਲਰ ਦੇ ਵਿੱਚ ਲੋਗੋ ਤੇ ਵਰਲਡ ਟ੍ਰੇਡ ਦਾ ਇਹਨਾਂ ਦੇ ਨਾਲ ਜੁੜਨਾ ਕੋਈ ਇਤਫਾਕ ਤਾਂ ਨਹੀਂ ਹੋ ਸਕਦਾ। ਸੋ ਹੁਣ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਵੀ ਜਾਣਨਾ ਚਾਹੁੰਦੇ ਹੋਵੋਗੇ, ਪਰ ਅਸੀਂ ਇਸ ਐਪੀਸੋਡ ਦੇ ਵਿੱਚ ਇਸ ਨੂੰ ਪੂਰਾ ਨਹੀਂ ਕਰ ਸਕਦੇ। ਸੋ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਇਲੂਮੀਨਾਟੀ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸਾਂਗੇ। ਤੇ ਅੱਜ ਕੱਲ੍ਹ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਐਕਟਰ, ਸਿੰਗਰ ਜਾਂ ਫਿਰ ਹੋਰ ਅਮੀਰ ਲੋਕ ਇਲੂਮੀਨਾਟੀ ਜੁਆਇਨ ਕਰਨ ਕਰਕੇ ਹੀ ਅਮੀਰ ਹੋਏ ਨੇ। ਪਰ ਜੇਕਰ ਅੱਜ ਇਲੂਮੀਨਾਟੀ ਦੀ ਪਰਿਭਾਸ਼ਾ ਦਈਏ ਤਾਂ ਇਹ ਅੱਜ ਕੱਲ੍ਹ ਨਵੇਂ ਯੂਥ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਇੱਕ ਜ਼ਰੀਆ ਬਣ ਗਿਆ ਹੈ। ਸੋ ਇਹ ਤਾਂ ਸੀ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਕੁਝ ਇੰਟਰਸਟਿੰਗ ਫੈਕਟ ਤੇ ਕੁਝ ਜਾਣਕਾਰੀਆਂ, ਤੇ ਬਾਕੀ ਜੋ ਗੱਲਾਂ ਰਹਿ ਗਈਆਂ ਨੇ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰ ਲਵਾਂਗੇ। ਪਰ ਹੁਣ ਜਾਣ ਦਾ ਸਮਾਂ ਹੋ ਚੁੱਕਿਆ ਹੈ। ਸੋ ਅਗਲੇ ਐਪੀਸੋਡ ਦੇ ਵਿੱਚ ਅਗਲੇ ਫੈਕਟ ਤੇ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਫੇਰ ਰੂਬਰੂ ਹੋਵਾਂਗੀ ਤੇ ਉਦੋਂ ਤੱਕ ਤੁਸੀਂ ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਤੇ ਦੇਖਦੇ ਰਹੋ ਪੰਜਾਬੀ ਨੈਸ਼ਨਲ TV।